ਜੀ ਮੈਨੂੰ ਲੱਗ ਰਿਹਾ ਹੈ ਜਿਹੜੇ ਕੋ-ਹੋਸਟ ਹੁੰਦੇ ਨੇ ਨਾ ਉਹ ਗਲਤੀ ਨਾਲ ਰਿਕਾਰਡਿੰਗ ਸਟਾਪ ਕਰ ਦਿੰਦੇ ਨੇ। ਮੇਰੀ ਤਰਫੋਂ ਨਹੀਂ ਹੋਈ ਅੱਜ ਵੀ ਰਿਕਾਰਡਿੰਗ, ਹੁਣ ਇਸ ਵੇਲੇ ਰਿਕਾਰਡਿੰਗ ਸਟਾਪ। ਵੀਰ ਜੀ ਬੇਨਤੀ ਹੈਗੀ ਹੈ ਕੋ-ਹੋਸਟ ਨੂੰ ਕਿ ਧਿਆਨ ਦਿੱਤਾ ਕਰੋ, ਰਿਕਾਰਡਿੰਗ ਸਟਾਪ ਤੁਸੀਂ ਵੀ ਕਰ ਸਕਦੇ ਹੋ। ਵੀਰ ਜੀ ਤੇਜਿੰਦਰ ਵੀਰ ਜੀ ਵੀਰ ਜੀ ਤੁਸੀਂ ਕਿਸੇ ਨੂੰ ਵੀ ਕੋ-ਹੋਸਟ ਨਾ ਬਣਾਇਆ ਕਰੋ, ਤੁਸੀਂ ਆਪ ਹੀ ਹੋਸਟ ਹੋਇਆ ਕਰੋ। ਯਾ ਵੀਰ ਜੀ ਕੱਲ ਵੀ ਮੈਂ ਤਾਂ ਹੀ ਕਿਹਾ ਮੇਰੇ ਤੋਂ ਨਹੀਂ ਹੋਇਆ ਸੀਗਾ, ਅੱਜ ਵੀ ਵੀਰ ਜੀ ਹੁਣੇ ਐਂਡਿੰਗ ਵਿੱਚ ਵੀਰ ਜੀ ਨੇ ਪਾਰਟ ਕੀਤਾ ਤੇ ਮੈਂ ਦੇਖਿਆ ਰਿਕਾਰਡਿੰਗ ਫਿਰ ਰੁਕ ਗਈ ਹੈ ਵੀਰ ਜੀ। ਓਕੇ ਵੀਰ ਜੀ, ਅਸੀਂ ਭੂਆ ਜੀ ਤੁਸੀਂ 2 ਮਿੰਟ ਪਹਿਲੇ ਵਿਚਾਰ ਦੇ ਦਿਓਗੇ ਰਿਗਾਰਡਿੰਗ ਕੱਲ ਦੇ ਜਿਹੜੀ ਡਿਸਕਸ਼ਨ ਸੀਗੀ, ਉਸ ਤੋਂ ਬਾਅਦ ਅਸੀਂ ਭੁਪਿੰਦਰ ਵੀਰ ਜੀ ਤੋਂ ਕੱਲ ਵਾਲੇ ਸ਼ਬਦ ਦੀ ਵਿਚਾਰ ਲੈ ਲਾਂਗੇ। ਹਾਂਜੀ ਹਾਂਜੀ, ਕੱਲ ਦਾ ਵਿਚਾਰ ਹੈਗਾ ਸੀ ਕਿ ਬਈ ਗੁਰਬਾਣੀ ਦੇ ਆਧਾਰ ਤੇ ਉੱਪਰ ਕਿ ਗੁਰਮਤ ਕੀ ਕਹਿੰਦੀ ਹੈ। ਮੈਂ ਪਹਿਲੇ ਵੀ ਇੱਕ ਵਾਰੀ ਕਲੀਅਰ ਕਰ ਦਿੱਤਾ ਸੀ ਕਿ ਗੁਰਬਾਣੀ, ਗੁਰੂ ਗ੍ਰੰਥ ਸਾਹਿਬ is written in the first person and in the present tense. ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਤੁਸੀਂ how to live in the now, how to live in the now। ਬੇਸ਼ੱਕ ਉਹ ਪ੍ਰੋਡਵਾ ਕੋਈ ਗੱਲ ਕਰ ਰਹੇ ਹੋਣ, ਇਡੀਅਮਸ ਵਿੱਚ ਗੱਲ ਕਰ ਰਹੇ ਹੋਣ, ਬਟ ਬਾਣੀ ਸਾਨੂੰ ਸਿਖਾਉਂਦੀ ਕਿ you have to be in the present tense, live in the now, ਔਰ ਆਪਣੇ ਨਾਲ ਟੁਕਾ ਕੇ ਬਾਣੀ ਨੂੰ ਸਾਂਝ ਪਾਣੀ ਹੈਗੀ ਹੈ। ਪਰ I would like to clear one thing ਕਿ ਬਾਣੀ ਤੇ ਗੁਰਮਤ ਦੇ ਹਿਸਾਬ ਨਾਲ ਤੇ ਇਹੀ ਹੈ। ਬਟ ਫॉर एग्जांपल ਅਗਰ ਇੱਕ ਬੱਚਾ ਹੈ, ਅਗਰ ਅਸੀਂ ਬੱਚੇ ਨੂੰ ਕੁਝ ਸਿਖਾਉਣਾ ਹੋਏਗਾ ਤਾਂ ਅਸੀਂ ਕਿੰਨ ਸਿਖਾਵਾਂਗੇ? ਅਸੀਂ ਕਵਾਂਗੇ ਕਿ ਚੱਲ ਤੂੰ ਮਾਲੇ ਨਾਲ ਵਾਹਿਗੁਰੂ ਵਾਹਿਗੁਰੂ ਕਰ ਸਾਲ ਦੇ ਬੱਚੇ ਨੂੰ। ਜਿਨ ਬੱਚਾ ਵੱਡਾ ਹੋਏਗਾ ਅਸੀਂ ਕਹੇ ਥੋੜੀ ਬਾਣੀ ਪੜ੍ਹ, ਬਾਣੀ ਨੂੰ ਪੜ੍ਹ ਕੇ ਉਸ ਨੂੰ ਥੋੜਾ ਜਿਹਾ ਯਾਦ ਕਰ, ਚੇਤੇ ਕਰ, 1 ਪੌੜੀ 2 ਪੌੜੀ ਅਸੀਂ ਕਰ ਕਰਕੇ ਕਰਦੇ ਜਾਵਾਂਗੇ। ਇਮੀਡੀਏਟਲੀ ਅਸੀਂ ਅੰਦਰ ਦੀ ਤਰਫ ਹਾਲੇ ਬੱਚੇ ਨੂੰ ਨਹੀਂ ਲੈ ਕੇ ਜਾ ਸਕਦੇ, ਬਟ ਸਹਿਜੇ ਸਹਿਜੇ ਕੀ ਹੁੰਦਾ ਜਦੋਂ ਬੱਚਾ ਵੱਡਾ ਹੁੰਦਾ ਹੈ ਆਟੋਮੈਟਿਕਲੀ ਅਸੀਂ ਗੁਰਬਾਣੀ ਦੇ ਆਧਾਰ ਤੇ ਗੁਰਮਤ ਦੇ ਹਿਸਾਬ ਦੇ ਨਾਲ ਅਸੀਂ ਉਸ ਨੂੰ ਅੰਦਰ ਦੀ ਜਰਨੀ ਦੀ ਤਰਫ ਲੈ ਕੇ ਜਾਂਦੇ, ਕਿਉਂਕਿ ਗੁਰਬਾਣੀ ਗੁਰਮਤ ਕਹਿੰਦੀ ਹੈ ਕਿ ਗੁਰਬਾਣੀ ਨੂੰ ਆਪਣੇ ਨਾਲ ਟੁਕਾਓ, present tense ਵਿੱਚ ਰੱਖੋ, learn to live in the now, then only you can handle the situation which has no link with any of the religion. That is why it is a universal granth। ਹੁਣ ਕਿਹਾ ਗਿਆ ਸੀ ਕਿ ਪੁਰਬਲੇ ਜਨਮ ਦੀ ਗੱਲ ਹੈਗੀ ਹੈ। I am a counselor. I want to declare it to you that I am a counselor. I have a PhD of my metaphysics। ਕਹਿੰਦੇ ਨੇ ਕਿ where religion finishes, spirituality starts, where spirituality finishes, metaphysics starts। So I am a metaphysician also। Metaphysician, there are a lot of theories which I have to compromise with the people। I sit with the people, taking them out of the problem। So I go according to them। I do not contradict them। But the end result which I get, the end result I get is through the Gurbani। Because ਗੁਰਬਾਣੀ ਸਾਨੂੰ ਅੰਦਰ ਦੀ ਖੇਡ ਦੀ ਗੱਲ ਕਰਦੀ ਹੈ, ਤਾਂ ਅਸੀਂ ਉਹਨਾਂ ਬੱਚੇ ਨੂੰ ਅਖੀਰ ਵਿੱਚ ਗੁਰਬਾਣੀ ਦੇ ਆਧਾਰ ਤੇ ਅੰਦਰ ਦੀ ਖੇਡ ਵਿੱਚ ਹੀ ਲੈ ਕੇ ਜਾਂਦੇ ਹਾਂ। ਕਿਉਂਕਿ ਗੁਰਮਤ ਇਹੀ ਸਾਨੂੰ ਕਹਿੰਦੀ ਹੈ ਕਿ ਅਗਰ ਅੰਦਰ ਦੀ ਸ੍ਰਿਸ਼ਟੀ ਸੱਜ ਗਈ, ਅੰਦਰ ਦੀ ਸ੍ਰਿਸ਼ਟੀ ਅੱਛੀ ਹੋ ਗਈ, ਸਾਰੇ ਰੋਗਾਂ ਤੋਂ ਵੀ ਮੁਕਤ ਹੋ ਜਾਓਗੇ, ਸਾਰੇ ਸਿਚੁਏਸ਼ਨ ਤੋਂ ਵੀ ਮੁਕਤ ਹੋ ਜਾਓਗੇ। ਅੰਦਰ ਦੀ ਸ੍ਰਿਸ਼ਟੀ ਅੱਛੀ ਹੋਗੀ ਤੇ ਬਾਅਦ ਦੀ ਸ੍ਰਿਸ਼ਟੀ ਆਪਣੇ ਆਪ ਹੀ ਅੱਛੀ ਹੋ ਜਾਏਗੀ। बट आई हैव टू गो एक पौड़ी लैके, वन स्टेप बाय स्टेप। जैसे एक बच्चे ਨੂੰ ਮਾਲਾ ਦਿੱਤਾ, ਬੱਚੇ ਨੂੰ ਥੋੜਾ ਬਾਣੀ ਤੇ ਨਹੀਂ ਕਹਿੰਦੇ ਕਿ ਮਾਲੇ ਦਵੋ, ਬਾਣੀ ਤੇ ਨਹੀਂ ਕਹਿੰਦੇ ਕਿ ਤੁਸੀਂ ਸ਼ਬਦ ਨੂੰ ਰਟਾਓ, ਬਾਣੀ ਡਸਨਟ ਸੇ। ਬਟ ਅਸੀਂ ਬੱਚੇ ਨੂੰ ਸਟੈਪ ਬਾय ਸਟੈਪ ਅਸੀਂ ਫਿਰ ਅੰਦਰ ਲੈ ਕੇ, ਜਦੋਂ ਸਾਨੂੰ ਲੱਗਦਾ ਕਿ ਬੱਚਾ ਹੁਣ ਸੂਝਵਾਨ ਹੋ ਗਿਆ, ਫਿਰ ਅਸੀਂ ਗੁਰਮਤ ਦੇ ਹਿਸਾਬ ਦੇ ਨਾਲ, ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਉਸ ਬੱਚੇ ਨੂੰ ਅੰਦਰ ਲੈ ਕੇ ਜਾਂਦੇ। ਸੇਮ ਥਿੰਗ ਬਿਕੋਜ਼ I being in counseling sessions, being a metaphysician also, I have to get into this कि step by step ਬੱਚਿਆਂ ਦੇ problems ਦੇ ਹੱਲ ਕਰਦੇ ਆ according to their belief system। end result ਕੀ ਹੁੰਦਾ ਹੈ? ਜਿਹੜੀ ਜਦੋਂ prescription ਲਿਖੀ ਜਾਂਦੀ ਹੈ, the end result what I give the medication, ਉਹ ਫਿਰ ਹੁੰਦਾ ਗੁਰਬਾਣੀ ਦੇ ਆਧਾਰ ਦੇ ਉੱਪਰ ਕਿ ਇਹ ਤੁਹਾਡਾ ਅੰਦਰ ਦੀ ਸ੍ਰਿਸ਼ਟੀ ਸੱਜ ਗਈ, ਬਾਹਰ ਦੀ ਸ੍ਰਿਸ਼ਟੀ ਆਪਣੇ ਆਪ ਹੀ ਅੱਛੀ ਹੋ ਜਾਏਗੀ। So I want to make it very clear कि गुरमत दे हिसाब नाल, गुरबाणी दे हिसाब नाल, ग्रंथ साहिब दा, it is to live in the now, present tense, first person, अपने नाल, get all your answers there। बस सानू ये समझना पड़ेगा। गुरबाणी is the last prescription that we give, the internal journey, जिस दे विच उन्हां नू अपनी अंदर दी सृष्टि नू ठीक करनी पेगी। गुरबाणी totally on the inner world। So even if I have been working with the children about the Purbale Karan, it's according to their belief system। But this is the first step। It is their first step। माला दिता, एक पाठ तक किया, रेक्टिफिकेशन कराया, याद कराया। बाणी दे अंदर नहीं लिखा होया सारा, बट असी ये करांदे हैगे। ये गुरमत विच नहीं है, बट ऐसी करांदे because this is a discipline।
इसी तरीके नाल when we people are working with the children as a counselor, I go step by step by step. My last prescription which I give कि yes, now you have to work, I have understood, I've done everything outside, हुन चले जाओ अंदर गुरबत गुरबाणी दे आधार दे ऊपर. That is my medication. That is why I issue a prescriptions called 4 times the medication has to be given, 4 type of injections have to be given. मन दे ऊपर लगाना पड़ेगा, अंदर दी सृष्टि नु साजना पड़ेगा. So I think I'm quite clear about it now. हाँ जी. जी भूआ जी धन्यवाद. ਭੁਪਿੰਦਰ ਵੀਰ ਜੀ, ਹਰਪ੍ਰੀਤ ਵੀਰ ਜੀ ਹੁਣ ਸਕਰੀਨ ਤੇ ਸ਼ਬਦ ਸ਼ੇਅਰ ਕਰਦੇ ਹੋ. ਕੱਲ ਵਾਲੀ ਵਿਚਾਰ ਅਸੀਂ ਦੁਬਾਰਾ ਲੈ ਲਾਂਗੇ ਭੁਪਿੰਦਰ ਵੀਰ ਜੀ ਤੋਂ. ਭੁਪਿੰਦਰ ਵੀਰ ਜੀ. ਹਾਂਜੀ ਵੀਰ ਜੀ ਗੁਸਾਖੀ ਮਾਫ, ਕੱਲ ਗਲਤੀ ਨਾਲ ਰਿਕਾਰਡਿੰਗ ਰੁਕ ਗਈ ਸੀਗੀ ਤੇ ਕੱਲ ਬਾਪੂ ਜੀ ਦਾ ਇੱਕ ਸਵਾਲ ਸੀਗਾ, ਕਾਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ, ਇਸ ਬਾਬਤ ਜੋ ਤੁਸੀਂ ਕੱਲ ਬਹੁਤ ਹੀ ਬਾਕਮਾਲ ਵਿਚਾਰ ਦਿੱਤੀ ਸੀਗੀ. ਬੇਨਤੀ ਹੈ ਵੀਰ ਜੀ ਇੱਕ ਵਾਰੀ ਦੁਬਾਰਾ ਉਹ ਵਿਚਾਰ ਦੇ ਦਿਓ ਤਾਂ ਕਿ ਸਾਡੇ ਕੋਲ ਉਹ ਖਜ਼ਾਨਾ ਰਿਕਾਰਡ ਹੋ ਜਾਏ. ਅੱਛਾ ਜੀ, ਇਹ ਜਿਹੜੀ ਪੌੜੀ ਚੱਲ ਰਹੀ ਹੈ 14 ਨੰਬਰ ਪੌੜੀ ਹੈ. ਪੌੜੀਆਂ ਦਾ ਜਿਹੜਾ ਸੰਗ੍ਰਹਿ ਹੁੰਦਾ ਹੈ, ਜੇ ਅਸੀਂ ਉਹਨੂੰ ਲੜੀਵਾਰ ਸਮਝੀਏ ਤਾਂ ਪੂਰਾ ਟੌਪਿਕ ਆਪਣੇ ਆਪ ਵਿੱਚ ਪੌੜੀਆਂ ਦੇ ਕਾਰਨ ਜੋ ਬਣਦਾ ਹੈ ਉਹਨੂੰ ਵਾਰ ਕਹਿੰਦੇ ਨੇ. ਸੋ ਵਾਰਾਂ ਪੌੜੀਆਂ ਹੁੰਦੀਆਂ ਨੇ, ਉਹਨਾਂ ਦੇ ਨਾਲ ਉਹਨਾਂ ਨੂੰ ਖੋਲ੍ਹਣ ਵਾਸਤੇ ਔਰ ਉਹਨਾਂ ਨੂੰ ਸਪੋਰਟ ਦੇਣ ਵਾਸਤੇ ਔਰ ਉਸ ਥਾਟ ਪ੍ਰੋਸੈਸ ਨੂੰ ਹੋਰ ਚਰਨਿੰਗ ਕਰਨ ਵਾਸਤੇ ਨਾਲ ਸ਼ਲੋਕ ਉੱਪਰ ਲੱਗੇ ਹੁੰਦੇ ਨੇ. ਪਰ ਜੇ ਅਸੀਂ ਬਾਣੀ ਦੀ ਬਣਤਰ ਦਾ ਇਹ ਢੰਗ ਲਗਾਤਾਰ ਜਿਵੇਂ ਅਸੀਂ ਜਪਜੀ ਵਿਚਾਰਿਆ ਸੀ ਕਿ ਪਹਿਲੀ ਤੋਂ 38 ਪੌੜੀ ਇੰਟਰਲਿੰਕਡ ਹੈ, ਇਸ ਤਰ੍ਹਾਂ ਜੇਕਰ ਅਸੀਂ ਪੌੜੀਆਂ ਨੂੰ ਪਹਿਲਾਂ ਵਿਚਾਰ ਲਈਏ ਨਾ ਆਸਾ ਕੀ ਵਾਰ, ਮੈਂ ਬਾਰ-ਬਾਰ ਜਿਹੜਾ ਲਫ਼ਜ਼ ਬੋਲਦਾ ਨਾ ਕਿ ਮੈਨੂੰ 12 ਸਾਲ ਹੋ ਗਏ ਕਰਦੇ ਆ, ਉਹ ਮੇਰਾ ਕਹਿਣ ਦਾ ਮਤਲਬ ਇਹ ਹੁੰਦਾ ਕਿ ਵੀ ਮੈਂ ਇਹ ਕੋਸ਼ਿਸ਼ ਕਰਦਾ ਹਾਂ ਸਮਝਣ ਦੀ ਕਿ ਵੀ ਇਹ ਲੜੀ ਚੱਲ ਕੀ ਰਹੀ ਹੈ, ਇਹ ਸਾਨੂੰ ਸਮਝਾਉਣਾ ਕੀ ਚਾਹ ਰਹੇ ਨੇ. ਸੋ ਲੜੀਵਾਰ ਜਦੋਂ ਸ਼ਲੋਕ ਪੌੜੀਆਂ ਸਮਝਦੇ ਆ ਨਾ, ਫਿਰ ਸਾਨੂੰ ਨਾਲ ਸ਼ਲੋਕ ਲਗਾ ਕੇ ਸਮਝਣਾ ਆ ਜਾਏਗਾ. ਹੁਣੇ ਮੈਂ ਪੂਰੀ ਸਮਝ ਨਹੀਂ ਪਾਇਆ, ਪਰ ਜਿਤਨਾ ਜਿਹੜਾ ਮੈਨੂੰ ਪੁਆਇੰਟ ਸਮਝ ਆਉਂਦਾ ਹੈ ਉਹ ਪੁਆਇੰਟ ਅਸੀਂ ਸੰਗਤ ਵਿੱਚ ਪਬਲਿਕ ਪ੍ਰੋਗਰਾਮਾਂ 'ਚ ਵੀ ਡਿਸਕਸ ਕਰ ਲੈਂਦੇ ਹਾਂ. ਸੋ ਅਸੀਂ ਇਹ ਪੌੜੀ ਦੀ ਬਣਤਰ ਵਿੱਚ ਪਿਛਲੀ ਪੌੜੀ ਨੂੰ ਦੇਖਦੇ ਹਾਂ, ਉਹਦੇ 'ਚ ਕਹਿ ਰਹੇ ਸਨ ਮੇਰੇ ਮਨ ਨੂੰ ਕਿ ਜੇ ਖਸਮ ਛੋੜ ਦੂਜਾ ਲੱਗੇ ਡੁੱਬੇ ਸਿਉਣ ਜਾ ਰਿਹਾ. ਸੋ ਮੇਰਾ ਪਹਿਲੀ ਗੱਲ ਹੈ ਕਿ ਮੇਰਾ ਮਨ ਜੇ ਅੰਦਰ ਦੇ ਖਸਮ ਰੱਬ ਦਾ ਮਤ ਨਹੀਂ ਲੈਂਦਾ ਤਾਂ ਆਪ ਵੀ ਡੁੱਬਦਾ ਤੇ ਚੇਲਿਆਂ ਨੂੰ ਵੀ ਡੁੱਬਦਾ. ਚੇਲੇ ਹੁੰਦੇ ਨੇ ਸਾਰੀ ਸ੍ਰਿਸ਼ਟੀ ਇੰਦਰੀ ਗਿਆਨ. ਸੋ ਇਹ ਮੇਰਾ ਮਨ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ, ਕਰ ਕਿਰਪਾ ਪਾਰ ਉਤਾਰਿਆ. ਉਹਦੇ ਅਖੀਰ ਤੇ ਆਇਆ ਕਰ ਕਿਰਪਾ ਪਾਰ ਉਤਾਰਿਆ. ਪਾਰ ਕਿਹੜਾ ਉਤਰਨਾ ਹੈ? ਭਵਜਲ ਦੇ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਹੋਣਾ ਹੈ. ਹੁਣ ਵਿਕਾਰਾਂ ਦੇ ਸਮੁੰਦਰ ਵਿੱਚ ਜੇ ਅਸੀਂ ਡੁੱਬਦੇ ਰਹੀਏ ਤਾਂ ਸਾਡਾ ਥਾਟ ਪ੍ਰੋਸੈਸ ਖਰਾਬ ਹੋ ਜਾਂਦਾ ਹੈ. ਥਾਟ ਪ੍ਰੋਸੈਸ ਨੂੰ ਕੱਪੜ ਕਹਿੰਦੇ ਨੇ. ਥਾਟ ਪ੍ਰੋਸੈਸ ਨੂੰ ਉਹ ਚੋਲਾ ਕਹਿੰਦੇ ਨੇ ਜਿਹੜਾ ਮੈਂ ਆਪਣੀ ਮੱਤ ਉੱਤੇ ਪਾਉਂਦਾ. ਜੇ ਮੈਨੂੰ ਉਹ ਚੋਲਾ ਮਿਲ ਜਾਏ ਤਾਂ ਫਿਰ ਮੇਰੀ ਜੰਮ ਪੱਤ ਨਹੀਂ ਲੁੱਟ ਸਕਦਾ ਹੈ, ਭਾਵ ਮੈਂ ਵਿਕਾਰਾਂ ਤੋਂ ਡਿਸਟਰਬ ਨਹੀਂ ਹੋਵਾਂਗਾ. ਜਦੋਂ ਉਹ ਵਾਲਾ ਸ਼ਬਦ ਸੀ ਨਾ ਕਰਤਾ ਤੂੰ ਮੇਰਾ ਜਜਮਾਨ, ਉਹਦੇ ਅੰਦਰ ਗੁਰੂ ਸਾਹਿਬ ਨੇ ਸਮਝਾਇਆ ਸੀ ਵੀ ਸਿਫਤ ਸ਼ਰਮ ਕਾ ਕੱਪੜਾ ਪਹਿਰੋ. ਉਹ ਸਿਫਤ ਸ਼ਰਮ ਕਾ ਕੱਪੜਾ ਵਾਲੀ ਜੇ ਮਤ ਲੈ ਲਓ ਤਾਂ ਸਾਡਾ ਜੀਵਨ ਦਾ ਰੂਪ ਹੁੰਦਾ ਹੈ ਆਕਾਰ, ਰੂਪ ਹੁੰਦਾ ਹੈ ਬਨਾਵਟ. ਜਿਹੜਾ ਪਹਿਲੀ ਪੌੜੀ ਵਿੱਚ ਜਿਹਨੇ ਆਪਣੀ ਸ੍ਰਿਸ਼ਟੀ ਸਾਜੀ ਹੈ ਨਾ, ਆਪਣੀ ਆਪ ਸਾਜਿਓ ਸਤਿਗੁਰ ਦੀ ਮਤ ਲੈ ਕੇ, ਉਹ ਵਾਲਾ ਮਨ ਇੱਥੇ ਕੱਪੜ ਰੂਪ ਸੁਹਾਵਣਾ ਉਹਨੂੰ ਸਮਝ ਆ ਰਹੀ ਹੈ, ਉਹਨੂੰ ਸਮਝਾਇਆ ਜਾ ਰਿਹਾ ਹੈ. ਇਹ ਗੁਰੂ ਸਾਹਿਬ ਕਹਿੰਦੇ ਨੇ ਤੇਰਾ ਸੋਚਣੀ ਦਾ ਢੰਗ ਠੀਕ ਹੋ ਸਕਦਾ ਹੈ. ਜੇ ਖਰਾਬ ਹੈ ਨਾ, ਉਹ ਖਰਾਬ ਢੰਗ ਨੂੰ ਕੋਟ ਕਰਦੇ ਨੇ ਕਬੀਰ ਸਾਹਿਬ ਕਿ ਮੈਂ ਉਹ ਤਾਨਾ ਬੰਨਾ ਤਨ ਨਾ ਬੁੰਨਾ ਸਭ ਤਜਿਓ ਹੈ ਕਬੀਰ. ਮੈਂ ਉਹ ਲੋਕਾਂ ਨੇ ਸਟੋਰੀ ਬਣਾ ਲਈ ਵੀ ਕਬੀਰ ਨੇ ਕੱਪੜੇ ਬੁਣਨੇ ਛੋੜ ਦਿੱਤੇ ਸੀ, ਨੌਕਰੀ ਕੰਮ ਬਿਜ਼ਨਸ ਛੋੜ ਦਿੱਤਾ ਸੀ. ਉਹ ਕਹਿੰਦੇ ਨੇ ਮੈਂ ਥਾਟ ਪ੍ਰੋਸੈਸ ਦਾ ਗਲਤ ਤੰਨਾ ਬੁੰਨਾ ਛੋੜ ਦਿੱਤਾ ਸੀ. ਅੱਛਾ, ਜੇ ਗਲਤ ਤੰਨਾ ਬੁੰਨਾ ਨਾ ਛੱਡੀਏ ਸਾਡਾ ਜੀਵਨ ਨਾ ਸੁਖੀ ਨਹੀਂ ਰਹਿੰਦਾ ਹੈ, ਸੁਹਾਵਨਾ ਨਹੀਂ ਰਹਿੰਦਾ, ਸਾਨੂੰ ਸਵਾਦ ਨਹੀਂ ਆਉਂਦਾ, ਅਸੀਂ ਦਿਨ ਰਾਤ ਅਪਸੈਟ ਰਹਿੰਦੇ ਹਾਂ. ਭਾਵੇਂ ਪਾਠ ਕਰਦੇ ਹਾਂ, ਭਾਵੇਂ ਸਭ ਕੁਝ ਕਰਦੇ ਹਾਂ, ਬਟ ਅੰਦਰੋਂ ਅਸੀਂ ਅਪਸੈਟ ਹੀ ਰਹਿੰਦੇ ਹਾਂ.
ਅੰਦਰੋਂ ਇਹ ਤ੍ਰਿਕੁਟੀ ਚੜੀ ਰਹਿੰਦੀ ਹੈ ਔਰ ਕ੍ਰੋਧ ਹੀ ਚੜਿਆ ਰਹਿੰਦਾ, ਲੋਕਾਂ ਨਾਲ ਨਫ਼ਰਤ ਵੀ ਰਹਿੰਦੀ ਹੈ, ਤੇਰ ਮੇਰ ਵੀ ਰਹਿੰਦੀ ਹੈ। ਇੱਥੇ ਕਹਿੰਦੇ ਨੇ ਕੱਪੜ ਰੂਪ ਸੁਹਾਵਣਾ, ਤੇਰਾ ਕੱਪੜ ਰੂਪ ਸੁਹਾਵਣਾ ਹੋ ਸਕਦਾ ਹੈ। ਤੂੰ ਛੱਡ ਦੁਨੀਆ। ਛੱਡ ਦੁਨੀਆ ਦਾ ਮਤਲਬ ਸੁਸਾਈਡ ਕਰਨਾ नहीं होता, छठ दुनिया होता है तू जो अवगुणी सोच है ना, जगत की पेड़ा चाल, जगत की पेड़ा चाल की लोग अवगुणा की बनना गंठड़ी, अवगुणा दी गंठड़ी वाला जेड़ा जय मारक पंडित गए पाछे पई वीर वाली पब्लिक भीड़ा मेजोरिटी नु फॉलो ना करिया कर, छੱਡ दुनिया। ए दुनियादारी दा दिखावा और ए थॉट प्रोसेस नु छੱਡ, अंदर जामना। तू अपनी अंदर इंट्रोस्पेक्शन कर ਤਾਂ ਤੇਰਾ ਜ਼ਿੰਦਗੀ ਰੂਪ ਕੱਪੜਾ ਸੁਹਾਵਣਾ ਹੋ ਸਕਦਾ ਹੈ। ਅੰਦਰ ਜਾਣ ਸਾਰ ਪਤਾ ਕੀ ਪਤਾ ਲੱਗਦਾ ਹੈ ਕਿ ਮੇਰੇ ਕੱਪੜੇ ਤੇ ਦਾਗ ਕਿੱਥੇ ਲੱਗੇ ਨੇ, ਮੇਰਾ ਕੱਪੜਾ ਵੀਵ ਕਿੱਥੋਂ ਗਲਤ ਹੋਇਆ, ਮੈਂ ਥਾਟ ਪ੍ਰੋਸੈਸ ਗਲਤ ਸੋਚਿਆ ਕਿੱਥੋਂ। ਮੰਦਾ ਚੰਗਾ ਆਪਣਾ ਸਮਝ ਆ ਜਾਂਦਾ ਹੈ, ਆਪੇ ਹੀ ਕੀਤਾ ਪਾਉਣਾ। ਇਹ ਜਿਸ ਤਰ੍ਹਾਂ ਮੈਂ ਬੀਜਦਾ ਹਾਂ ਵੈਸਾ ਮਨੂੰ ਫਲ ਪ੍ਰਾਪਤ ਹੁੰਦਾ ਹੈ। ਇਹ ਵਾਲੀ ਗੱਲ ਉਹਨੂੰ ਸਮਝ ਆਉਂਦੀ ਜਾਂਦੀ ਹੈ, ਉਹਨੂੰ ਇਹ ਵੀ ਸਮਝ ਆਉਂਦਾ ਜਾਂਦਾ ਹੈ ਹੁਕਮ ਕੀਏ ਮਨ ਭਾਵਦੇ। ਜੇ ਮੈਂ ਆਪਣੇ ਮਨ ਕੀ ਮਰਜ਼ੀ ਵਾਲੇ ਸਵਾਦ ਲੈਂਦਾ ਹਾਂ, ਰਾਹ ਭੀੜ ਅੱਗੇ ਜਾਣਾ, ਜ਼ਿੰਦਗੀ ਦਾ ਰਸਤਾ ਔਖਾ ਹੋ ਜਾਂਦਾ ਹੈ। ਜਿਉਂ-ਜਿਉਂ ਅਸੀਂ ਥਾਟ ਪ੍ਰੋਸੈਸ ਵਿੱਚ ਮਾਈਜ਼ਰ, ਕ੍ਰੋਧੀ, ਐਟੀਟਿਊਡ ਪ੍ਰੋਬਲਮ, ਮੈਂ ਨਾ ਮਾਨੂੰ, ਹੰਕਾਰੀ, ਤ੍ਰਿਸ਼ਨਾਲੂ ਇਸ ਤਰੀਕੇ ਦੇ ਹੋ ਜਾਂਦੇ ਆ ਨਾ, ਤਾਂ ਸਾਡੀ ਜ਼ਿੰਦਗੀ ਦਾ ਰਸਤਾ ਪੀੜਾ ਹੋ ਜਾਂਦਾ ਹੈ। ਔਰ ਉਹਦੇ ਵਾਸਤੇ ਇੱਕ ਅਸੀਂ ਸੈਮੀਨਾਰ ਵੀ ਜਲੰਧਰ ਕੀਤਾ ਸੀ ਕਿ ਮੁਕਤ ਦੁਆਰਾ ਸੰਕਰਾ ਜਾਂ ਮੋਕਲਾ। ਸੰਕਰਾ ਮਤਲਬ ਟਾਈਟ ਹੋ ਗਿਆ, ਮੁਕਤੀ ਦਾ ਦਰ, ਰਸਤਾ, ਦਰਵਾਜ਼ਾ ਕਦੋਂ? ਜਦੋਂ ਮੈਂ ਹਾਥੀ ਬਣਿਆ। ਮਨ ਕੁੰਚਰ ਬਣਦਾ ਤੇ ਮੁਕਤ ਦੁਆਰਾ ਸੌੜਾ ਹੋ ਜਾਂਦਾ ਹੈ ਜ਼ਿੰਦਗੀ ਦਾ ਰਸਤਾ। ਔਰ ਜੇ ਮਨ ਕੀੜੀ ਬਣ ਜਾਏ ਤਾਂ ਮੋਕਲਾ ਹੋ ਜਾਂਦਾ। ਸੌਖਾ ਅਸੀਂ ਇਹ ਸਮਝਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਦਾ ਰਸਤਾ ਭੀੜਾ ਕਿਵੇਂ ਕਰ ਲੈਂਦਾ ਹਾਂ। ਭੀੜਾ ਕਰਨ ਵਾਲੇ ਲੋਕੀ ਬਾਉਂਡ ਟੂ ਗੋ ਇਨਟੂ ਡਿਪਰੈਸ਼ਨ ਹੁੰਦੇ ਨੇ। ਭੀੜਾ ਕਰਨ ਵਾਲੇ ਲੋਕੀ ਸੈਲਫਿਸ਼ ਹੁੰਦੇ ਨੇ। ਭੀੜਾ ਜਿਹੜਾ ਕਰ ਲੈਂਦੇ ਨੇ, ਸੌੜਾ ਕਰ ਲੈਂਦੇ ਨੇ, ਉਹਨਾਂ ਦਾ ਹੋਰਾਈਜ਼ਨ ਖਤਮ ਹੋ ਜਾਂਦਾ ਹੈ, ਉਹਨਾਂ ਦਾ ਬ੍ਰੌਡਰ ਮਾਈਂਡ ਹੀ ਨਹੀਂ ਰਹਿੰਦਾ। ਉਹ ਕੋਈ ਦੂਜੇ ਦੀ ਗੱਲ ਸੁਣਨ ਨੂੰ ਹੀ ਨਹੀਂ ਤਿਆਰ ਹੁੰਦੇ ਨੇ, ਕਲੋਜ਼ਡ ਮਾਈਂਡ ਹੋ ਜਾਂਦੇ ਨੇ, ਉਹਨਾਂ ਦਾ ਹਿਰਦਾ ਵੱਡਾ ਨਹੀਂ ਹੁੰਦਾ ਹੈ। ਉਹ ਕਹਿੰਦੇ ਨੇ ਬਸ ਜੋ ਮੈਂ ਕਹਿ ਦਿੱਤਾ ਸੋ ਕਹਿਤਾ, ਮਾਈ ਵੇ ਔਰ ਹਾਈਵੇ। ਜ਼ਿੰਦਗੀ ਦਾ ਰਸਤਾ ਭੀੜਾ ਹੋ ਗਿਆ, ਕਿਸੇ ਨਾਲ ਵੀ ਰਿਲੇਸ਼ਨਸ਼ਿਪ ਠੀਕ ਹੀ ਨਹੀਂ ਰਹਿੰਦੀ ਹੈ। ਹੁਕਮ ਕੀ ਮਨ ਭਾਵਦੇ, ਰਾਹ ਭੀੜਾ ਅੱਗੇ ਜਾਣਾ, ਨੰਗਾ ਦੋਜ਼ਖ ਚਾਲਿਆ। ਕੱਲ ਵੀ ਮੈਂ ਗੱਲ ਸਾਂਝ ਕੀਤੀ ਸੀ ਕਿ ਜੇ ਅਸੀਂ ਇਸ ਸ਼ਬਦ ਦੇ ਬਾਹਰਲੇ ਅਰਥ ਕਰਾਂਗੇ ਕਿ ਮਰ ਕੇ ਇਸ ਦੁਨੀਆ 'ਚ ਸਭ ਕੁਝ ਛੱਡ ਕੇ ਕਿਧਰੇ ਬਾਹਰ ਜਾਣਾ ਪਏਗਾ, ਤਾਂ ਫਿਰ ਸਾਨੂੰ ਲਫ਼ਜ਼ੀ ਅਰਥ ਵਿੱਚ ਬਾਹਰ ਕਿਧਰੇ ਦੋਜ਼ਖ ਵੀ ਮੰਨਣਾ ਪੈ ਜਾਏਗਾ। ਦੋਜ਼ਖ ਤੇ ਨਾਲ ਜੰਨਤ ਵੀ ਮੰਨਣੀ ਪੈ ਜਾਏਗੀ। ਜੰਨਤ ਨਾਲ ਉਥੇ ਹੂਰਾਂ ਮਿਲਣਗੀਆਂ। ਉਹ ਸਾਰਾ ਕਨਸੈਪਟ ਹੀ ਇੱਕ ਅਲੱਗ ਹੈ। ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਮਨ ਅੰਦਰ ਊਚ ਨੀਚ ਭੇਦਭਾਵ ਰੱਖਦਾ ਹੈ ਨਾ, ਤਾਂ ਤੇਰੇ ਮਨ ਅੰਦਰ ਦੋਜ਼ਖ ਦੀ ਅੱਗ ਲੱਗੀ ਹੋਈ ਹੈ। ਆਪਣੇ ਅਹੰਕਾਰ ਜਗਤ ਜਲਿਆ ਵਾਲਾ ਤੇਰਾ ਜੀਵਨ ਬਣ ਜਾਂਦਾ ਹੈ, ਦੋਜ਼ਖ ਹੀ ਹੈ। ਸੋ ਅੰਦਰ ਦੀ ਹੀ ਗੱਲ ਚੱਲ ਰਹੀ ਹੈ, ਅਵਸਥਾ ਦੀ ਗੱਲ ਚੱਲ ਰਹੀ ਹੈ, ਤਾਂ ਸ਼ਬਦ ਉੱਤੋਂ ਲੈ ਕੇ ਥੱਲੇ ਤੱਕ ਅੰਦਰ ਦੀ ਅਵਸਥਾ ਦੇ ਹੀ ਕਰਨੇ ਪੈਣਗੇ। ਸਰੀਰਕ ਡੈਥ ਦੇ ਪਹਿਲੀ ਪੰਕਤੀ 'ਚ ਨਹੀਂ ਕਰ ਸਕਦੇ। ਜੇ ਸਰੀਰਕ ਲੈਵਲ ਦੇ ਅਰਥ ਕਰਾਂਗੇ ਤਾਂ ਲਿਟਰਲ ਮੀਨਿੰਗ ਕਰਦਿਆਂ ਹੋਇਆ ਦੋਜ਼ਖ ਦੇ ਅਰਥ ਉਹੀ ਵਾਲੀ ਫਿਲਾਸਫੀ ਦੇ ਮੰਨਣੇ ਪੈਣਗੇ ਜਿਹੜੇ ਮਰਨ ਤੋਂ ਬਾਅਦ ਵਾਲਾ ਦੋਜ਼ਖ ਸਮਝਦੇ ਨੇ। ਗੁਰੂ ਸਾਹਿਬ ਕਹਿੰਦੇ ਜੀਂਦੇ ਜੀ ਜਿਤਨੇ ਨਰਕ ਸੋ ਮਨਮੁਖ ਹੋ ਗਏ। ਤੂੰ ਜੀਂਦੇ ਜੀ ਜਦੋਂ ਹੇ ਕਾਮੰਗ ਨਰਕ ਵਿਸ਼ਰਾਮੰਗ ਹੋ ਜਾਂਦਾ ਹੈ ਤਾਂ ਬੋਝੋਨੀ ਪਰਮਾਵਣੇ ਹੋ ਜਾਂਦਾ, ਤੂੰ ਨਰਕ ਵਾਲਾ ਦੋਜ਼ਖ ਬਣਾ ਲਿਆ। ਸੋ ਕੱਲ ਫਰੀਦ ਜੀ ਦਾ ਇਹ ਸ਼ਲੋਕ ਵੀ ਮੈਨੂੰ ਯਾਦ ਆਇਆ ਸੀ, ਅੱਜ ਦੁਬਾਰਾ ਲਿੰਕ ਕਰਦਾ। ਫਰੀਦ ਦਾ ਮਨ ਮੈਦਾਨ ਕਰ, ਇਕੁਐਲਿਟੀ ਕਰ ਦੇ, ਗਿਲੇ ਸ਼ਿਕਵੇ द्वेष वैर भावना छोड़ दे। मन मैदान कर, टोए टिब्बे ला, ए सब छोड़ दे, ऊंच नीच छोड़ दे। अगे मूल ना आवसी, ए अगे मरण तो बाद नहीं है। अगे का मतलब है जिस वेले तू मैदान कर लिया ना, उस तो अगला पल तेरा दोजख दी अग वाला खत्म हो गया। अगे मूल ना आवसी,
ਦੋਜ਼ਖ ਸੰਦੀ ਭਾ, ਦੋਜ਼ਖ ਦੀ ਅੱਗ ਤੋਂ ਤੂੰ ਬਚ ਗਿਆ, ਅਗਲਾ ਪਲ ਤੇਰਾ ਜੀਵਨ ਸੁਖੀ ਹੋ ਗਿਆ। ਨੰਗਾ ਦੋਜ਼ਖ ਚਾਲਿਆ, ਤੂੰ ਆਪਣੇ ਜੀਵਨ ਵਿੱਚ ਦੋਜ਼ਖ ਵਾਲਾ ਉਹ ਬਣਾ ਲੈਂਦਾ ਹੈ ਪਲ ਪਲ, ਤਾਂ ਦਿਸੈ ਖਰਾ ਡਰਾਉਣਾ, ਤੈਨੂੰ ਪਲ ਪਲ ਫਿਰ ਤੇਰੇ ਜੀਵਨ ਅੰਦਰ ਚਿੰਤਾ, ਫਿਕਰ, ਖਟਕਾ, ਤੌਖਲਾ ਵਾਲਾ ਡਰ ਸ਼ੁਰੂ ਹੋ ਜਾਂਦਾ ਹੈ। ਇਹ ਸਾਧ ਸੰਗਤ ਜੀ, ਜੇ ਸਾਡਾ ਕੱਪੜ ਰੂਪ ਸੁਹਾਵਣਾ ਨਹੀਂ ਹੈ ਨਾ, ਜੇ ਮੇਰਾ ਥਾਟ ਪ੍ਰੋਸੈਸ ਸੁਹਾਵਣਾ ਨਹੀਂ ਹੈ ਨਾ, ਤਾਂ ਮੈਨੂੰ ਚਿੰਤਾ ਫਿਕਰ ਲੱਗਣਗੇ, ਮਾਨੋ ਮੇਰਾ ਮਨ ਮਲੀਨ ਹੈ। ਔਰ ਹੁਣੇ ਹੀ ਸੁਖਵਿੰਦਰ ਜੀ ਨੇ ਸ਼ਬਦ ਐਕਸਪਲੇਨ ਕੀਤਾ, ਉਹਦੇ ਚੋਂ ਇਹ ਵਾਲਾ ਪੁਆਇੰਟ ਅਸੀਂ ਪਿਕਅਪ ਕਰਨਾ ਹੈ। The moment fear comes in my mind, any fear, मन मैला हो गया, करमी सहज ना उपजै, विण सहजे सहसा ना जाए, न जाए सहसा कितै संजम। सहसा की हो गया, मन दे अंदर एंग्जाइटी भी पैदा होगी, फियर भी पैदा हो गया, चिंता फिकर, तौखले, खटके, शक, ये सब कुछ पैदा हो गया। डर दे कारण सहसे जियो मलीन है, लो जी मन मैला हो गया। न जाए सहसा कितने संजम, रहे कर्म कमाए, सहसे जियो मलीन है। द मोमेंट एनी फियर कम्स हियर, मन मैला। मन मैला ਕੱਪੜ ਰੂਪ ਸੁਹਾਵਣਾ ਨਹੀਂ ਰਹੇਗਾ। ਸੋ ਕਹਿੰਦੇ ਨੇ ਤਾਂ ਦਿਸੈ ਖਰਾ ਡਰਾਵਣਾ, ਪਲ ਪਲ ਤੂੰ ਨਿੱਕੀ ਨਿੱਕੀ ਗੱਲ ਤੇ ਰੋਜ਼ ਰੋਜ਼ ਡਰਦਾ ਰਹੇਗਾ। ਕਰ ਔਗੁਣ ਪਛਤਾਵਣਾ, ਇਹ ਵਾਲੀ ਗੱਲ ਸਮਝਣੀ ਹੈ। ਇਹ ਔਗੁਣ ਹੈ। ਔਗੁਣ ਕੀ ਹੈ? ਮਨ ਜਾਣੇ ਸਭ ਬਾਤ, ਇਹ ਹੰਕਾਰ ਹੈ ਕਿ ਮੈਨੂੰ ਸਭ ਕੁਝ ਪਤਾ ਹੈ, ਇਹ ਔਗੁਣ ਹੈ। ਮਨ ਜਾਣੇ ਸਭ ਬਾਤ, ਜਾਣਤ ਹੀ ਔਗੁਣ ਕਰੇ। ਇਹ ਹੰਕਾਰ ਹੈ ਨਾ ਕਿ ਮੈਨੂੰ ਸਭ ਕੁਝ ਪਤਾ ਹੈ, ਤਾਂ ਹੀ क्लोज माइंड है, ਤਾਂ ही कुछ सुनता नहीं है। मन जाने सब बात, जानत ही अवगुण करे, काहे की कुशलात हाथ दीप कुएं पर है। अब तू कुशल नहीं रह सकता है। अब दिन रात गिल्ट, पछतावा, चिंता, फिक्र, डर, तोखले, खटके, शक, ये सारे लफज जेडे मैं बोल रहा ना भूआ जी ना, ਇੱਕੋ ਸਾਹ ਦੇ ਅੰਦਰ ਬੋਲੀ ਜਾਂਦੇ ਨੇ। ਮੈਂ ਉਹਨਾਂ ਦਾ ਪੈਸ਼ਨ ਦੇਖਦਾ ਕਿ ਇਹਨਾਂ ਨੂੰ ਇਤਨੀ ਵੋਕੈਬਲਰੀ ਕਿੱਥੋਂ ਆ ਜਾਂਦੀ ਹੈ। ਦੈਨ she is giving the metaphors and she is relating to the modern world, ਤਾਂ ਹੀ ਉਹ ਨੌਜਵਾਨਾਂ ਨੂੰ ਜ਼ਿਆਦਾ ਕਲਿੱਕ ਹੁੰਦੇ ਨੇ। ਇਹ ਸਾਰੇ ਵਾਈਸਿਸ, ਇਹ ਪਛਤਾਵਾ ਹੀ ਹੈ, ਇਹ ਆਪ ਹੀ ਕੀਤਾ ਹੈ। ਸਾਰੀ ਨੌਲੇਜ, ਸਾਰੀ ਡਿਗਰੀ, ਸਾਰਾ ਪੈਸਾ, ਸਾਰੀ ਧਰਮ ਦੀ ਨੌਲੇਜ, सारिया पंक्तियां ढेर सारिया याद, मन जाने सब बात, उन कुशल नहीं रह सकता। कर अवगुण पछतावना, पल पल पछताना पैंदा है। इस पौड़ी राही सानू ये समझ आता है कि सानू अंदर जाना पेगा, अपना कपड़ रूप सुहावना करने वास्ते अपना थॉट प्रोसेस ठीक करना पेगा, और ओदे नाल साडा जिंदगी दा रास्ता सौखा खुला हो सकता है। सबको मीत हम आपन कीना दी जफ्फी चौड़ी हो सकती है, सारे नाल प्यार पै सकता है। हो गया पापा जी ठीक? जी भी जी, जी भी जी, धन्यवाद सुखविंदर भी जी। तुसी कुछ विचार देना चाहते हो नाल इस बाबत? ਵੀਰ ਜੀ ਨੇ ਬਹੁਤ ਅੱਛਾ ਐਕਸਪਲੇਨ ਕਰ ਦਿੱਤਾ ਵੀਰ ਜੀ। ਕੀ ਕਹਿੰਦੇ, ਮੈਂ ਜ਼ਿਆਦਾ ਨਹੀਂ ਬੋਲਣਾ, ਸਿਰਫ ਇੱਕ ਅੱਧਾ ਇੱਕ ਲਫ਼ਜ਼ ਵਿੱਚ ਆਪਾਂ ਗੱਲ ਕਰ ਲਈਏ। ਦੇਖੋ, ਉੱਪਰ ਤਾਂ ਹੈਗਾ ਕੱਪੜ ਰੂਪ ਸੁਹਾਵਣਾ, ਉੱਪਰ ਹੈਗਾ ਕੱਪੜ ਦੀ ਗੱਲ ਕਰ ਰਹੇ ਆ, ਉਹ ਕੱਪੜ ਹੈ ਸਿਫਤ ਸਲਾਹ ਦਾ ਕੱਪੜਾ। ਲੇਕਿਨ ਜਦੋਂ ਅਸੀਂ ਜਿਹਨੂੰ ਆਖਦੇ ਨਾ ਦੋਜ਼ਖ ਚਾਲਿਆ, ਜਦੋਂ ਅਸੀਂ ਦੋਜ਼ਖ ਵੱਲ ਚੱਲ ਪੈਂਦੇ ਹਾਂ, ਉਸਨੂੰ ਅਖੀਲੀ ਤੁਕ ਚ ਐਕਸਪਲੇਨ ਕਰ ਰਹੇ ਨੇ। ਉਹ ਕਿਸ ਤਰ੍ਹਾਂ ਚੱਲਦੇ ਆ? ਜਦੋਂ ਅਸੀਂ ਕਰ ਔਗੁਣਾਂ ਨੂੰ ਕਰਨ ਵੱਲ ਤੁਰ ਪੈਂਦੇ ਹਾਂ, ਇਹਨੂੰ ਦੋਜ਼ਖ ਵੱਲ ਸਾਡਾ ਚੱਲਣਾ ਕਹਿੰਦੇ ਨੇ। ਜਦੋਂ ਅਸੀਂ ਔਗੁਣਾਂ ਨੂੰ ਕਰਨ ਵੱਲ ਤੁਰ ਪੈਂਦੇ, ਇਹਨੂੰ ਕਹਿੰਦੇ ਨੇ ਬੁਰੇ ਕਾਮ ਕੋ ਊਠ ਖਲੋਇਆ, ਤਾਂ ਉਸਨੂੰ ਕਹਿੰਦੇ ਨੇ ਉੱਠ ਕੇ ਅਸੀਂ ਦੋਜ਼ਖ ਵੱਲ ਚਾਲੀਆਂ ਪਾਤੀਆਂ, ਅਸੀਂ ਦੋਜ਼ਖ ਵੱਲ ਚੱਲਣਾ ਸ਼ੁਰੂ ਆਪ ਹੋ ਗਏ। ਔਗੁਣਾਂ ਨੂੰ ਕਰਨ ਵੱਲ ਜਾਣਾ, ਇਹਨੂੰ ਦੋਜ਼ਖ ਵੱਲ ਚੱਲਣਾ ਕਹਿੰਦੇ ਨੇ। ਪਰ ਲੇਕਿਨ ਦੇਖੋ, ਇੱਕ ਪਹਿਲਾ ਲਫ਼ਜ਼ ਵਰਤ ਰਿਹਾ ਸਤਿਗੁਰੂ, ਬੜਾ ਪਿਆਰਾ, ਨੰਗਾ।
ਤੈਨੂੰ ਸਿਫਤ ਸਲਾਹ ਦਾ ਤੇਰਾ ਕੱਪੜਾ, ਤੈਨੂੰ ਉਸ ਸਿਫਤ ਸਲਾਹ ਦਾ ਤੇਰਾ ਕੱਪੜਾ ਤੈਨੂੰ ਉਤਾਰ ਕੇ ਤੇਰੀ ਪੱਤ ਉਤਾਰੀ ਜਾਏਗੀ, ਤੈਨੂੰ ਨੰਗਾ ਕਰਕੇ ਤੈਨੂੰ ਭੇਜਾਇਆ ਜਾਏਗਾ ਉੱਥੇ। ਦੋਜ਼ਖ ਵੱਲ ਨੰਗਾ ਹੋ ਕੇ ਹੀ ਜਾਇਆ ਜਾਂਦਾ। ਭਾਵ ਸਾਨੂੰ ਦੱਸਿਆ ਗਿਆ ਨਾ ਕਿ ਦ੍ਰੋਪਦੀ ਦੀ ਪੱਤ ਕੌਰਵਾਂ ਦੇ ਦਰਬਾਰ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ। ਤੇ ਇੱਥੇ ਸਾਡੀ ਜਮਾ ਰੂਪੀ, ਜਿਹੜੇ ਜਮ ਰੂਪੀ ਸਾਡੀ ਮੱਤ ਹੈ, ਜਿਸ ਨੂੰ ਇੱਥੇ ਕਹਿੰਦੇ ਨੇ ਮਨ ਭਾਵ ਦੇ, ਮਨ ਦੇ ਭਾਵ ਦੀ ਜਿਹੜੀ ਸਾਡੀ ਮਨ ਦੀ ਮੱਤ ਹੈ ਨਾ, ਉਹ ਸਾਡੀ ਸਤਿਗੁਰੂ ਜੀ ਦੀ ਸਿਫਤ ਸਲਾਹ ਰੂਪੀ ਕੱਪੜਾ ਜਿਹੜਾ ਸਾਡੇ ਉੱਪਰ ਪਿਆ ਹੋਇਆ ਨਾ, ਉਹ ਉਤਾਰ ਲੈਂਦੀ ਹੈ। ਉਹ ਉਤਾਰਿਆ ਜਾਂਦਾ ਹੈ ਮਨ ਦੀ ਮੱਤ ਦੇ ਦੁਆਰਾ, ਸਾਨੂੰ ਨੰਗਾ ਕਰ ਦਿੱਤਾ ਜਾਂਦਾ ਹੈ। ਫਿਰ ਹੀ ਅਸੀਂ ਔਗਣਾ ਵੱਲ, ਦੋਜ਼ਖ ਵੱਲ ਚਾਲੇ ਪਾਉਂਦੇ ਹਾਂ। ਔਗਣ ਕਰਨ ਵੱਲ ਜਾਣ ਦਾ ਮਤਲਬ ਇਹ ਸਮਝ ਲਈਏ ਕਿ ਅਸੀਂ ਨੰਗੇ ਹੋ ਗਏ ਹਾਂ, ਸਾਡੀ ਪੱਤ ਲੁੱਟੀ ਗਈ ਹੈ। ਔਗਣਾ ਵੱਲ ਜਾਣ ਦਾ ਮਤਲਬ ਇਹ ਹੈ ਕਿ ਅਸੀਂ ਆਲਰੇਡੀ, ਸਾਡੀ ਪੱਤ ਲੁੱਟੀ ਗਈ, ਹੁਣ ਅਸੀਂ ਨੰਗੇ ਹੋ ਗਏ ਹਾਂ, ਹੁਣ ਤਾਂ ਹੀ ਔਗਣ ਕਮਾ ਰਹੇ ਹਾਂ। ਅਸੀਂ ਮਨ ਦੇ ਭਾਵ ਦੇ ਹੁਕਮ ਕਰਨੇ ਛੱਡ ਦਈਏ, ਸਤਿਗੁਰੂ ਜੀ ਦੇ ਹੁਕਮ ਵਿੱਚ ਚੱਲਣਾ ਸ਼ੁਰੂ ਕਰ ਦਈਏ। ਇਸ ਦੇ ਨਾਲ ਸਾਡੇ ਉੱਪਰ ਫਿਰ ਦੁਬਾਰਾ ਸਤਿਗੁਰੂ ਜੀ ਆਪਣਾ ਰੋਬ ਆਫ ਆਨਰ ਜਿਸ ਨੂੰ ਬੋਲਦੇ ਆ, ਉਹ ਕੱਪੜਾ ਦੁਬਾਰਾ ਸਿਫਤ ਸਲਾਹ ਦਾ ਪਾ ਦੇਣਗੇ। ਅਸੀਂ ਪਛਤਾਵਾਂਗੇ ਨਹੀਂ। ਕਰ ਔਗੁਣ ਪਛਤਾਵਣਾ, ਇੱਥੇ ਇਹ ਬੋਲ ਰਹੇ ਆਨੰਦ ਸਾਹਿਬ ਚ ਕਹਿੰਦੇ ਨੇ, ਐਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਪਛੋਤਾਈ ਹੈ। ਉਹ ਵੀ ਲਫ਼ਜ਼ ਦੇਖੋ, ਪਛਤਾਉਣ ਵਾਲੀ ਗੱਲ ਸਤਿਗੁਰੂ ਕਹਿ ਰਹੇ। ਜਦੋਂ ਅਸੀਂ ਕੰਮ ਗਲਤ ਕਰਦੇ ਹਾਂ ਨਾ, ਕਿਉਂਕਿ ਕੰਮ ਕਰਨ ਵੱਲੋਂ ਅਸੀਂ ਆਜ਼ਾਦ ਹਾਂ, ਕਰਮ ਵੱਲੋਂ ਅਸੀਂ ਆਜ਼ਾਦ ਹਾਂ। ਕਰਮ ਅਸੀਂ ਗਲਤ ਕਰਦੇ ਹਾਂ, ਸਤਿਗੁਰੂ ਪੂਛ ਨਾ ਮਾਰਗ ਚਾਲੀ, ਉਹ ਨਹੀਂ ਕਰਦੇ ਹਾਂ। ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਉਹ ਵੀ ਨਹੀਂ ਕਰਦੇ ਹਾਂ। ਸਤਿਗੁਰੂ ਤੋਂ ਅੰਦਰ ਪੁੱਛ ਕੇ ਨਹੀਂ ਕਰਦੇ ਹਾਂ, ਆਪਣੀ ਮਰਜ਼ੀ ਦਾ ਕਰਮ ਕਰਦੇ ਹਾਂ। ਫਿਰ ਕਹਿੰਦੇ ਨੇ ਐਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਪਛੋਤਾਈ ਹੈ। ਸਾਨੂੰ ਕਹਿੰਦੇ ਤੂੰ ਸਤਿਗੁਰੂ ਦਾ ਉਪਦੇਸ਼ ਸੁਣ, ਸਤਿਗੁਰੂ ਦਾ ਉਪਦੇਸ਼ ਸੁਣ, ਸਤਿਗੁਰੂ ਹੋਵੇ ਤੇਰੇ ਨਾਲੇ, ਭਾਵ ਤੈਨੂੰ ਆਪਣੀ ਸਿਫਤ ਸਲਾਹ ਦਾ ਕੱਪੜਾ ਤੇਰੇ ਪਾ ਦੇਣਗੇ, ਤੇਰੀ ਇੱਜ਼ਤ ਢੱਕ ਲੈਣਗੇ। ਇਹਨੂੰ ਕਹਿੰਦੇ ਨੇ ਪੱਤ ਰਾਖ ਬਣਵਾਰੀਆ, ਪੱਤ ਰੱਖ ਲੈਣਗੇ ਤੇ ਤੇਰਾ ਜਿਹੜਾ ਅੰਦਰਲਾ ਰੂਪ ਹੈ, ਇੱਕ ਅੰਦਰਲਾ ਸਿਫਤ ਸਲਾਹ ਦੇ ਕੱਪੜੇ ਨਾਲ ਸੋਹਣਾ ਬਣ ਜਾਏਗਾ। ਛੱਡ ਦੁਨੀਆ ਦਾ ਭਾਵ, ਅਸੀਂ ਇੱਕ ਹੋਰ ਲਫ਼ਜ਼ ਵੀ ਸਤਿਗੁਰੂ ਸਾਨੂੰ ਕਹਿੰਦੇ ਨੇ, ਕਹਿੰਦੇ ਜਿਹੜੀ ਇਹ ਦਰ ਦਰਵੇਸੀ ਗਾਖੜੀ ਹੈ ਨਾ, ਇਹ ਬੜੀ ਮੁਸ਼ਕਿਲ ਹੈ ਸਤਿ ਰੱਬ ਦੀ ਭਗਤੀ। ਪਰ ਕਦੋਂ? ਜਦੋਂ ਚੱਲਾਂ ਦੁਨੀਆ ਪੱਤ, ਦੁਨੀਆ ਜੋ ਵਿਚਾਰ ਸੋਚਦੀ ਹੈ, ਜਦੋਂ ਅਸੀਂ ਵੀ ਉਹ ਵਿਚਾਰਾਂ ਨੂੰ ਸੋਚਣ ਲੱਗ ਜਾਵਾਂਗੇ ਨਾ, ਫੇਰ ਕਹਿੰਦੇ ਤੇਰਾ ਜਿਹੜਾ ਜੀਵਨ ਦਾ ਸਫ਼ਰ ਹੈ ਨਾ, ਬੜਾ ਔਖਾ ਹੋ ਜਾਏ। ਬਹੁਤ ਔਖਾ ਕਦੋਂ ਹੁੰਦਾ ਹੈ? ਸਤਿਗੁਰੂ ਜੀ ਦੇ ਰਸਤੇ ਦੀ ਚਾਕਰੀ ਔਖੀ ਨਹੀਂ ਹੈ। ਦੁਨੀਆ ਦੇ ਭੱਤ, ਦੁਨੀਆ ਦੇ ਵਿਚਾਰਾਂ ਦੇ ਨਾਲ ਜੀਵਨ ਜਿਉਣਾ ਬੜਾ ਔਖਾ। ਇਸ ਨੂੰ ਕਹਿੰਦੇ ਨੇ ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ ਬਹੁਤ ਮੁਸ਼ਕਲ ਹੈ। ਇਸ ਨੂੰ ਕਹਿੰਦੇ ਨੇ ਖੰਡੇ ਧਾਰ ਵਾਲਾ। ਇਹ ਖੰਡੇ ਦੀ ਧਾਰ ਹੈ, ਬੜੀ ਮੁਸ਼ਕਲ ਹੈ ਇਸ ਨੂੰ। ਇਹ ਅਸੀਂ ਜਿਹੜੀ ਦੁਨੀਆ ਦੀ ਭੱਤ ਹੈ, ਦੁਨੀਆ ਦੀ ਵਿਚਾਰਧਾਰਾ ਨੂੰ ਅਸੀਂ ਤਿਆਗੀਏ। ਜੋ ਅੱਜ ਤੱਕ ਸਾਨੂੰ ਵਿਚਾਰ ਦਿੱਤੇ ਗਏ, ਸਾਡਾ ਜੀਵਨ ਉਹੀ ਵਿਚਾਰਾਂ ਦਾ ਹੀ ਰੂਪ ਬਣ ਚੁੱਕਾ ਹੈ। ਸਾਡਾ ਅੰਦਰਲਾ ਰੂਪ ਸੁਹਾਵਣਾ ਨਹੀਂ ਹੈ, ਅੰਦਰਲਾ ਬੜਾ ਡਰਾਵਨਾ ਰੂਪ ਹੋ ਗਿਆ। ਇਸ ਨੂੰ ਕਹਿੰਦੇ ਨੇ ਸੁਣੀ ਦੇ ਡਰਾਵਨੀ ਜਾਂ ਜੀਓ ਵਿੱਚੋਂ ਜਾਏ। ਜਦੋਂ ਸਾਡਾ ਮਨ ਅੰਦਰ ਵਸਦੇ ਸਤਿਗੁਰੂ ਜੀ ਦੀ ਗੱਲ ਮਤ ਨੂੰ ਨਹੀਂ ਫੋਲੋ ਕਰਦਾ ਤੇ ਕਿੱਥੇ ਨਿਕਲ ਜਾਂਦਾ ਹੈ? ਕਬੀਰ ਮਨ ਪੰਖੀ ਭਇ ਉੱਡ ਉੱਡ ਦਹਿ ਦਿਸੈ, ਦੁਨੀਆ ਦੀਆਂ ਗੱਲਾਂ ਵਾਲੇ ਪਾਸੇ ਆਕਰਸ਼ਿਤ ਹੋ ਕੇ ਉਧਰ ਦੌੜ ਜਾਂਦਾ ਹੈ ਨਾ, ਤਾਂ ਅੰਦਰਲੇ ਭਾਵ ਅੰਦਰਲੇ ਘਰ ਚੋਂ ਵਾਸਾ ਨਹੀਂ ਕਰਦੇ। ਇਹਨੂੰ ਕਹਿੰਦੇ ਨੇ ਦੇ ਤੇਰੀ ਬੜੀ ਡਰਾਵਨੀ ਹੋ ਗਈ, ਸੁੰਨੀ ਹੋ ਗਈ, ਖਾਲੀ ਹੋ ਗਈ, ਕਿਉਂਕਿ ਤੇਰਾ ਅੰਦਰ ਵਸਦਾ ਜਿਹੜਾ ਰਾਜਾ ਸੀ, ਮਨ ਸੀ, ਸੁਲਤਾਨ ਸੀ, ਖਸਮ ਸੀ, ਤਾਂ ਇਹਨੂੰ ਛੋੜ ਕੇ ਚਲੇ ਗਿਆ। ਅੰਦਰਲੇ ਜੀਵ ਜਨਤਾ ਦਾ ਕੋਈ ਵਾਲੀ ਵਾਰਸ ਨਹੀਂ। ਜਿਹੜੇ ਮਰਜ਼ੀ ਠੱਗ ਅੰਦਰ ਆ ਕੇ ਇਸ ਨੂੰ ਲੁੱਟ ਪਾ ਰਹੇ ਨੇ, ਇਹਨੂੰ ਕੁੱਟ ਕਰ ਰਹੇ ਤੇ ਕਹਿਰ ਵਰਤਾ ਰਹੇ ਨੇ। ਕਹਿੰਦੇ ਡਰਾਵਣੀ ਹੋ ਜਾਂਦੀ ਹੈ। ਕਦੋਂ ਜਾ ਜੀਓ ਵਿੱਚੋਂ ਜਾਏ, ਸੁਣੀ ਦੇ ਡਰਾਵਣੀ, ਜਿਸ ਨੂੰ ਕਹਿੰਦੇ ਤਾਂ ਦਿਸੈ ਖਰਾ ਡਰਾਵਣਾ। ਸੁਣੀ ਦੇ ਡਰਾਵਣੀ ਕਦੋਂ ਹੁੰਦੀ ਹੈ? ਜਦੋਂ ਅਸੀਂ ਅੰਦਰ ਵਸਦੇ ਰੱਬ ਜੀ ਦੀ ਗੱਲ ਨੂੰ ਨਹੀਂ ਸੁਣ ਕੇ ਦੁਨੀਆ ਦੀਆਂ ਗੱਲਾਂ ਵੱਲ ਆਕਰਸ਼ਿਤ ਹੋ ਕੇ ਚਲੇ ਜਾਂਦੇ ਆ, ਦੁਨੀਆ ਦੀ ਵਿਚਾਰਧਾਰਾ ਨੂੰ ਅਪਣਾ ਲੈਂਦੇ ਆ। ਆਪਣੇ ਅੰਦਰਲੇ ਵਾਲੇ ਘਰ ਤੋਂ ਅਸੀਂ ਆਊਟ ਹੋ ਜਾਂਦੇ, ਸਾਨੂੰ ਆਪਣੇ ਅੰਦਰ ਵਾਲਾ ਮਹਿਲ ਤੋਂ ਬਾਹਰ ਨਿਕਲਿਆ ਮਹਿਲ ਪ੍ਰਾਪਤੀ ਨਹੀਂ ਹੁੰਦੀ। ਗੁਰ ਤੇ ਮਹਿਲ ਪ੍ਰਾਪਤੇ ਨਹੀਂ ਹੁੰਦੇ। ਉਹ ਸਾਡੀ ਡਰਾਵਣੀ ਦੇਹ ਨੂੰ ਡਰਾਵਣਾ ਆਖਿਆ ਜਾ ਰਿਹਾ। ਕਹਿੰਦੇ ਨੇ ਪਛਤਾਓਗੇ, ਕਹਿੰਦੇ ਨਾ ਕਰੋ। ਛੱਡ ਦੁਨੀਆ ਦੇ ਵਿਚਾਰਾਂ ਨੂੰ ਛੱਡ ਦੇ। ਦੁਨੀਆ ਹਮੇਸ਼ਾ ਆਪਣੇ ਫਾਇਦੇ ਵਾਸਤੇ ਹੀ ਦੂਸਰਿਆਂ ਨੂੰ ਚਲਾਉਂਦੀ ਹੈ। ਆਪਣਾ ਬਿਜ਼ਨਸ, ਆਪਣੇ ਫਾਇਦੇ, ਆਪਣੇ ਵਾਸਤੇ ਹੀ ਉਹ ਐਵੇਂ ਦੇ ਵਿਚਾਰ ਪ੍ਰਮੋਟ ਕਰਦੀ ਹੈ ਕਿ ਜਿਨ੍ਹਾਂ ਨਾਲ ਉਹਨਾਂ ਦੀ ਜਿਹੜੀ ਮਲਕੀਅਤ ਉਹ ਕਦੀ ਵੀ ਨਾ ਟੁੱਟੇ ਤੇ ਦੁਨੀਆ ਉਹਨਾਂ ਦੀ ਹਮੇਸ਼ਾ ਗੁਲਾਮ ਲਈ ਜੇ। ਅਸੀਂ ਉਹ ਛੋੜਨਾ ਹੈ। ਅਸੀਂ ਸਤਿਗੁਰੂ ਦੀ ਮੱਤ, ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਜੇ ਸਤਿਗੁਰੂ ਦਾ ਉਪਦੇਸ਼ ਸੁਣਾਂਗੇ ਤਾਂ ਇਹ ਮਨ ਸੁੰਦਰ ਆਪਣਾ ਹੋ ਜਾਏਗਾ।
ਜਿਹਨੂੰ ਕਹਿ ਰਹੇ ਨੇ ਸੁਹਾਵਣਾ, ਤਾਂ ਉਹ ਮਨ ਸੁੰਦਰ ਹੋ ਜਾਏਗਾ। ਹਰ ਨਾਮ ਮਜੀਠਾ ਰੰਗ ਜੀ, ਜਿਹਨੂੰ ਆਖਦੇ ਨਾ ਕੱਪੜ ਰੂਪ ਸੁਹਾਵਣਾ, ਉਹ ਨਾਮ ਦੇ ਮਜੀਠੇ ਰੰਗ ਨਾਲ ਸੁੰਦਰ ਹੋ ਜਾਏਗਾ ਸਾਡੀ ਅੰਦਰਲੀ। ਸਤਿਗੁਰੂ ਜੀ ਕਹਿੰਦੇ ਨੇ ਅੰਦਰ ਜਾਓ, ਮਨ ਨੂੰ ਸੁੰਦਰ ਬਣਾਓ। ਮਨ ਤੇਰਾ ਬੜਾ ਡਰਾਵਣਾ ਹੋ ਚੁੱਕਿਆ, ਉਹਦੇ ਨਾਲ ਤੇਰੇ ਜੀ ਜੰਤ ਵੀ ਡਰਾਵਣੇ ਹੋ ਚੁੱਕੇ ਆ। ਹਾਂਜੀ।